ਅੱਜ ਸਵੇਰੇ ਮੈਂ ਗਰੁੱਪ ਦੇਖ ਰਿਹਾ ਸੀ ਕਿ ਇੱਕ ਆਡੀਓ ਰਿਕਾਰਡਿੰਗ ਗਰੁੱਪ ਅੰਦਰ ਆਈ। ਬਾਅਦ ਵਿੱਚ ਤਾਂ ਉਹਨਾਂ ਨੇ ਡਿਲੀਟ ਕਰ ਦਿੱਤੀ ਸੀ। ਥੱਲੇ ਕਿਹਾ ਵੀ ਹੈ ਕਿ ਗਲਤੀ ਨਾਲ ਪੈ ਗਈ, ਪਰ ਕੁਛ ਕੁ ਮੈਂ ਸੁਣੀ ਹੈ। ਕੁਛ ਕੁ ਜੋ ਗੱਲਾਂ ਉਹਦੇ ਵਿੱਚ ਕਹੀਆਂ ਗਈਆਂ ਹਨ, ਮੈਨੂੰ ਲੱਗਾ ਵੀ ਆਪ ਜੀ ਦੇ ਨਾਲ ਸਾਂਝੀਆਂ ਕਰ ਲਈਏ ਕਿ ਕੁਦਰਤੀ ਸੁਣੀਆਂ ਹਨ। ਉਸ ਰਿਕਾਰਡਿੰਗ ਨੂੰ ਸੁਣ ਕੇ ਇਉਂ ਪ੍ਰਤੀਤ ਹੁੰਦਾ ਹੈ ਕਿ ਬੋਲਣ ਵਾਲਾ ਭਾਈ ਸੇਵਾ ਸਿੰਘ ਤਰਮਾਲੇ ਵਾਲਿਆਂ ਦਾ ਸੇਵਕ ਹੋਵੇਗਾ, ਕਿਉਂਕਿ ਵੈਸੇ ਹੀ ਬੋਲ ਰਿਹਾ ਹੈ, ਵੈਸਾ ਹੀ ਬੋਲ ਰਿਹਾ ਹੈ ਜੈਸਾ ਉਹ ਬੋਲਦੇ ਹਨ। ਤੇ ਗਰੁੱਪਾਂ ਅੰਦਰ ਬਹੁਤ ਸਾਰੇ ਸਰੋਤੇ ਹਨ ਜਿਹੜੇ ਪਹਿਲਾਂ ਉਹਨਾਂ ਦੇ ਨਾਲ ਜੁੜੇ ਸਨ। ਇਸ ਕਾਰਨ ਹੋ ਸਕਦਾ ਹੈ ਵੀ ਹਾਲੇ ਵੀ ਉਹਨਾਂ ਨੂੰ ਸੁਣਦੇ ਹੀ ਹੋਣਗੇ, ਤਦੇ ਉਹਨਾਂ ਕੋਲ ਰਿਕਾਰਡਿੰਗ ਹੈ। ਭਾਵੇਂ ਗਲਤੀ ਨਾਲ ਪਈ ਹੋਵੇਗੀ ਤਾਂ ਸਹੀ, ਸੁਣਦੇ ਹੋਣਗੇ, ਕਿਉਂਕਿ ਪਿਛਲਿਆਂ ਨਾਲ ਮੋਹ ਟੁੱਟਦਾ ਨਹੀਂ ਹੈ। ਅਤੇ ਜਿੰਨਾ ਚਿਰ ਪਿਛਲਿਆਂ ਨਾਲ ਮੋਹ ਨਹੀਂ ਟੁੱਟਦਾ ਹੈ, ਅਗਲੇ ਦੀ ਤੁਸੀਂ ਗੱਲ ਨਹੀਂ ਸੁਣੋਗੇ। ਇਹ ਗੱਲ ਖਿਆਲ ਵਿੱਚ ਰੱਖੋ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਹੀ, ਤੁਹਾਡੇ ਭਲੇ ਵਾਸਤੇ ਹੀ ਮੈਂ ਕਹਿ ਰਿਹਾ ਹਾਂ ਜੋ ਕੁਛ ਕਹਿ ਰਿਹਾ। ਵੀ ਅਗਰ ਤੁਸੀਂ ਪਿਛਲਿਆਂ ਨੂੰ ਵੀ ਹੁਣ ਸੁਣੋਗੇ ਨਾ ਤੇ ਮੇਰੀਆਂ ਗੱਲਾਂ ਦਾ ਤਾਲਮੇਲ ਨਹੀਂ ਬੈਠਣਾ ਹੈ, ਤੇ ਤੁਸੀਂ ਕਨਫਿਊਜ਼ ਹੋ ਜਾਓਗੇ, ਦੁਬਿਧਾ ਦੇ ਵਿੱਚ ਪੈ ਜਾਓਗੇ। ਸਗੋਂ ਜਿਵੇਂ ਕੋਈ ਚੁਰਾਹੇ 'ਤੇ ਖੜ੍ਹਾ ਹੋਵੇ ਆਦਮੀ, ਤੁਹਾਨੂੰ ਇੱਕ ਕਵੇ ਵੀ ਇੱਧਰ ਨੂੰ ਜਾ, ਦੂਸਰਾ ਕਵੇ ਨਹੀਂ ਆਹ ਰਸਤਾ ਠੀਕ ਹੈ ਇੱਧਰ ਨੂੰ ਜਾ, ਤੋ ਚੁਰਾਹੇ 'ਤੇ ਖੜ੍ਹਾ ਬੰਦਾ ਕਨਫਿਊਜ਼ ਹੋਵੇਗਾ ਅਤੇ ਹੋ ਸਕਦਾ ਉਹ ਕਿਤੇ ਵੀ ਨਾ ਜਾਵੇ, ਅਤੇ ਜ਼ਿਆਦਾ ਸੰਭਾਵਨਾ ਇਹੋ ਹੀ ਹੁੰਦੀ ਹੈ। ਅਤੇ ਪਿਛਲਿਆਂ ਦੇ ਨਾਲ ਮੋਹ ਬਹੁਤ ਹੁੰਦਾ ਹੈ। ਮੈਂ ਵਾਰ-ਵਾਰ ਕਹਿੰਦਾ, ਸਾਧੂ ਮਹਾਤਮਾ ਜਿਹੜੇ ਪਿੱਛੇ ਤੁਹਾਨੂੰ ਮਿਲੇ ਹਨ, ਉਹਨਾਂ ਦੇ ਨਾਲ ਤੁਸੀਂ ਬੈਠੇ ਉੱਠੇ ਹੋ, ਉਹਨਾਂ ਨੂੰ ਸੁਣਿਆ ਹੈ। ਫਿਰ ਪਰਮਾਤਮਾ ਨੇ ਤੁਹਾਨੂੰ ਅਗਾਹਾਂ ਨੂੰ ਤੋਰ ਦਿੱਤਾ ਵੀ ਅਗਲੇ ਦੀ ਸੁਣੋ। ਅਗਰ ਪਿਛਲਿਆਂ ਨਾਲ ਹੀ ਪ੍ਰਾਪਤੀ ਹੋਣੀ ਹੁੰਦੀ ਤੇ ਤੁਹਾਨੂੰ ਗਾਹਾਂ ਨੂੰ ਥੋੜ੍ਹੀ ਤੋਰਦਾ। ਅਗਲੇ ਦੀ ਗੱਲ ਤਾਂ ਹੀ ਤੁਹਾਨੂੰ ਸਮਝ ਵਿੱਚ ਆਈ, ਤਾਂ ਹੀ ਤੁਸੀਂ ਅਗਲੇ ਨੂੰ ਸੁਣਨ ਲੱਗੇ ਹੁਣ। ਤੇ ਹੁਣ ਪਿਛਲਿਆਂ ਨੂੰ ਛੱਡੋ। ਤਦੇ ਕਿਹਾ ਹੈ ਨਾ, ਗਾਹਾਂ ਨੂੰ ਤਰਾਂਗ ਪਿੱਛਾ ਫੇਰ ਨਾ ਮੋਹੜਾ। ਉਹ ਇਹਨਾਂ ਨੂੰ ਕਿਹਾ ਕਿ ਪਿਛਲਿਆਂ ਨੇ ਜਿੱਥੋਂ ਤੱਕ ਪਹੁੰਚਾਉਣਾ ਸੀ ਉਹਨਾਂ ਨੇ ਪਹੁੰਚਾ ਦਿੱਤਾ, ਹੁਣ ਅਗਲਿਆਂ ਦੀ ਸੁਣੋ, ਨਹੀਂ ਤਾਂ ਨਾ ਤੁਸੀਂ ਇੱਧਰ ਦੇ ਨਾ ਉੱਧਰ ਦੇ ਰਹੋਗੇ। ਇਸ ਕਰਕੇ ਤੁਹਾਡੇ ਭਲੇ ਵਾਸਤੇ ਕਿਹਾ ਜਾਂਦਾ ਹੈ। ਹੁਣ ਤੁਸੀਂ ਦੇਖੋ ਕਿੰਨਾ ਫਰਕ ਹੈ
ਇਸ ਰਿਕਾਰਡਿੰਗ ਦੇ ਵਿੱਚ ਕਹਿਣ ਵਾਲਾ ਕਹਿ ਰਿਹਾ ਸੀ ਕਿ ਤਿੰਨਾਂ ਗੁਣਾਂ ਤੋਂ ਪਾਰ ਚੌਥਾ ਪਦ ਹੈ, ਚੌਥੇ ਪਦ ਵਿੱਚ ਜਾਣਾ ਹੈ। ਅਤੇ ਜਿਵੇਂ ਬਾਹਰ ਸੰਸਾਰ ਦੇ ਵਿੱਚ ਕੋਈ ਕੋਰਸ ਕਰਦੇ ਹਨ, ਕਿਸੇ ਨੇ ਵਕੀਲ ਬਣਨਾ ਹੈ ਉਹਦਾ ਕੋਰਸ ਹੈ, ਮਾਸਟਰ ਬਣਨਾ ਹੈ ਉਹਦਾ, ਇੰਜੀਨੀਅਰ ਬਣਨਾ ਹੈ ਉਹਦਾ ਕੋਰਸ ਹੈ, ਡਾਕਟਰ ਬਣਨਾ ਹੈ ਉਹਦਾ ਕੋਰਸ ਹੈ। ਕੋਰਸ ਬਣ ਕੇ ਹੀ ਬਣਦੇ ਹਨ, ਕਰਕੇ ਹੀ ਕੋਰਸ ਕਰਨਾ ਪੈਂਦਾ ਹੈ। ਇਵੇਂ ਕਹਿੰਦਾ ਹੈ ਵੀ ਇੱਧਰ ਵੀ ਕੋਰਸ ਕਰਨਾ ਪੈਂਦਾ ਹੈ, ਅਤੇ ਜਿਹੜੇ ਕੋਰਸ ਕਰਦੇ ਹਨ ਉਹ ਚੌਥੇ ਪਦ ਦੇ ਵਿੱਚ ਪਹੁੰਚਦੇ ਹੁੰਦੇ ਆ। ਹੁਣ ਦੇਖੋ ਤੁਸੀਂ, ਮੈਂ ਇਸ ਤੋਂ ਬਿਲਕੁਲ ਉਲਟੀ ਗੱਲ ਕਹਿ ਰਿਹਾ। ਮੈਂ ਕਹਿ ਰਿਹਾ ਹਾਂ ਵੀ ਸੰਸਾਰ ਨੂੰ ਪਾਉਣ ਵਾਸਤੇ ਕੋਰਸ ਕਰਨੇ ਪੈਂਦੇ ਹਨ। ਇਹ ਬਿਲਕੁਲ ਠੀਕ ਹੈ। ਸੰਸਾਰ ਵਿੱਚ ਕੁਛ ਪਦਵੀ ਪਾਉਣ ਵਾਸਤੇ ਕੋਰਸ ਕਰਨੇ ਪੈਂਦੇ ਆ, ਪਰ ਪਰਮਾਤਮਾ ਨੂੰ ਪਾਉਣ ਵਾਸਤੇ ਕੋਰਸ ਥੋੜ੍ਹੀ ਕਰਨੇ ਪੈਂਦੇ ਹਨ। ਉਹ ਤਾਂ ਉਲਟੀ ਦਿਸ਼ਾ ਵੱਲ ਨੂੰ ਚੱਲਣਾ ਹੈ ਨਾ। ਸੰਸਾਰ ਹੈ ਬਾਹਰ ਬੌਧਿਕ ਵਿਕਾਸ ਹੋਵੇਗਾ ਸੰਸਾਰ ਵਿੱਚ, ਤਾਂ ਤੁਸੀਂ ਕਾਮਯਾਬ ਹੋਵੋਗੇ, ਕੋਈ ਪਦ ਮਿਲੇਗਾ। ਪਰ ਅੰਦਰ ਨੂੰ ਤੁਸੀਂ ਜਦੋਂ ਜਾਓਗੇ ਉਦੋਂ ਬੌਧਿਕ ਵਿਕਾਸ ਥੋੜ੍ਹੀ ਕਰਨਾ ਹੈ ਅੰਦਰ ਨੂੰ ਜਾਣ ਵਾਸਤੇ। ਸਦੋਂ ਬੁੱਧੀ ਛੱਡਣੀ ਹੈ, ਉਹ ਤਾਂ ਉਲਟੀ ਯਾਤਰਾ ਹੈ। ਹੁਣ ਤੁਸੀਂ ਇਉਂ ਸਮਝ ਲਵੋ ਵੀ ਜਦੋਂ ਬੱਚਾ ਪੈਦਾ ਨਹੀਂ ਸੀ ਹੋਇਆ, ਮਾਤਾ ਦੇ ਗਰਭ ਵਿੱਚ ਸੀ, ਕਹਿੰਦੇ ਹਨ ਵੀ ਉੱਥੇ ਲਿਵ ਲੱਗੀ ਸੀ। ਲਿਵ ਉਦੋਂ ਟੁੱਟੇ ਜਦੋਂ ਬਾਹਰ ਆਇਆ, ਲਿਵ ਛੁਟਕੀ ਲੱਗ ਗਈ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸਿੱਖ ਆਮ ਕਰਕੇ ਪੜ੍ਹਦੇ ਹਨ ਇਹ ਪਾਠ। ਅਤੇ ਲਿਵ ਟੁੱਟੀ ਕਿਵੇਂ? ਬਾਹਰ ਸੰਸਾਰ 'ਚ ਆਣ ਕੇ ਸੰਸਾਰ ਦਾ ਗਿਆਨ ਹੋਇਆ ਅਤੇ ਲਿਵ ਟੁੱਟ ਗਈ। ਅਤੇ ਉਦੋਂ ਜਦੋਂ ਲਿਵ ਲੱਗੀ ਸੀ, ਉਦੋਂ ਕਿਹੜਾ ਉਹਨੇ ਕੋਰਸ ਕੀਤਾ ਸੀ ਬੱਚੇ ਨੇ? ਇਹਨਾਂ ਨੂੰ ਇਹ ਪੁੱਛੇ, ਕਿਹੜਾ ਕੋਰਸ ਕੀਤਾ ਹੋਇਆ ਸੀ ਉਦੋਂ ਬੱਚੇ ਨੇ? ਕਿਹੜੀਆਂ ਡਿਗਰੀਆਂ ਕੀਤੀਆਂ ਹੋਈਆਂ ਸੀ ਉਸ ਬੱਚੇ ਨੇ? ਕਿਹੜੇ ਪਦ 'ਤੇ ਬੈਠਾ ਹੋਇਆ ਸੀ ਉਹ ਬੱਚਾ? ਕੋਈ ਡਿਗਰੀ ਨਹੀਂ ਸੀ, ਕੋਈ ਕੋਰਸ ਨਹੀਂ ਸੀ, ਅਤੇ ਉਹਦੀ ਲਿਵ ਲੱਗੀ ਹੋਈ ਸੀ। ਅਤੇ ਲਿਵ ਸੰਸਾਰ ਦੀ ਜਾਣਕਾਰੀ ਦੇ ਨਾਲ ਟੁੱਟੀ ਹੈ ਨਾ। ਜਿੰਨਾ ਗਿਆਨ ਹੋਇਆ ਉਨੀ ਟੁੱਟ ਗਈ। ਅਤੇ ਪਰਮਾਰਥ ਦੇ ਮਾਰਗ ਨੂੰ ਜਿਹੜਾ ਜਾਣਾ ਹੈ, ਉਹ ਤਾਂ ਸਾਰੇ ਕੋਰਸ ਛੱਡਣੇ ਹਨ। ਚੌਥਾ ਪਦ ਵੀ ਇਉਂ ਹੀ ਸਮਝ ਰਹੇ ਹਨ ਜਿਵੇਂ ਬਾਹਰ ਸੰਸਾਰ ਦੇ ਵਿੱਚ ਪਦਵੀਆਂ ਹੁੰਦੀਆਂ, ਵੀ ਕੁਛ ਬਣ ਜਾਣਾ ਹੈ, ਕੁਛ ਹੋਣਾ ਹੈ, ਕੋਰਸ ਕਰਕੇ ਹੀ ਬਣੋਗੇ ਨਾ। ਜਿਨ੍ਹਾਂ ਦੀ ਦਰਅਸਲ ਬਣਨ ਦੀ ਕੁਛ ਆਕਾਂਸ਼ਾ ਹੈ ਨਾ, ਪਦਵੀ ਪਾਉਣ ਦੀ ਆਕਾਂਸ਼ਾ ਹੈ, ਮੈਨੂੰ ਸੱਚ ਪੁੱਛੋ ਅਤੇ ਉਹ ਹੀ ਇਹ ਕੰਮਾਂ ਦੇ ਵਿੱਚ ਪੈ ਰਹੇ ਹਨ। ਕੋਈ ਬੜੀਆਂ ਸਾਧਨਾਵਾਂ ਕਰ ਰਹੇ ਹਨ, ਉਹ ਕਹਿੰਦੇ ਅਸੀਂ ਕੁਛ ਪਾਉਣਾ ਹੈ। ਕੋਈ ਯੋਗ ਕਰ ਰਿਹਾ, ਕੋਈ ਤਪੱਸਰਿਆ ਕਰ ਰਿਹਾ, ਉਹ ਸਭ ਪਾਉਣ ਦੀ ਵਾਸ਼ਨਾ ਕਰਕੇ ਹੋ ਰਿਹਾ। ਅਤੇ ਇੱਧਰ ਕੋਰਸ ਕਰਾਏ ਜਾ ਰਹੇ ਹਨ। ਕੋਰਸ ਕਰਕੇ ਪਰਮਾਤਮਾ ਥੋੜ੍ਹੀ ਪੈ ਜਾਂਦਾ ਹੈ। ਪਿੱਛੇ ਬਹੁਤ ਵੱਡੇ ਵੱਡੇ ਪੰਡਤ ਸਨ, ਫਿਲਾਸਫਰ ਸਨ, ਬੜਾ ਗਿਆਨ ਸੀ ਉਹਨਾਂ ਨੂੰ ਮੂੜ ਕਿਹਾ ਹੈ। ਉਹਨਾਂ ਨੇ ਕੋਰਸ ਘੱਟ ਥੋੜ੍ਹੇ ਕੀਤੇ ਹੋਣਗੇ, ਬੇਸਮਝ ਕਿਹਾ ਹੈ। ਨਹੀਂ, ਇਹ ਵਾਪਸੀ ਯਾਤਰਾ ਹੈ। ਇਹ ਜਿੱਥੋਂ ਤੁਸੀਂ ਆਏ ਹੋ ਉੱਥੇ ਜਾਣਾ ਹੈ। ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾਰ, ਕਹਿੰਦੇ ਜਿੱਥੋਂ ਅਸੀਂ ਆਏ ਹਾਂ ਉੱਥੇ ਨੂੰ ਸਾਨੂੰ ਲੈ ਚੱਲ।
ਵਾਪਸ ਜਾਣਾ ਹੈ, ਪਿੱਛੇ ਨੂੰ ਜਾਣਾ ਹੈ, ਫਿਰ ਨਿਰਦੋਸ਼ ਹੋਣਾ ਹੈ। ਅਧਿਆਤਮ ਦੀ ਯਾਤਰਾ ਅੱਗੇ ਨੂੰ ਜਾਣਾ ਥੋੜ੍ਹੀ ਹੈ। ਫਿਰ ਇਹ ਰਿਕਾਰਡਿੰਗ ਦੇ ਵਿੱਚ ਕਿਹਾ ਜਾ ਰਿਹਾ ਹੈ ਵੀ ਜਿਨ੍ਹਾਂ ਨੇ ਚੌਥਾ ਪਦ ਨਹੀਂ ਪਾਇਆ ਹੈ ਨਾ, ਉਹ ਬਿਲਕੁਲ ਤਿੰਨਾਂ ਗੁਣਾਂ ਦੇ ਵਿੱਚ ਮਾਇਆ ਦੇ ਕੀੜੇ ਹਨ। ਉਹਨਾਂ ਦੀ ਨਾ ਸੁਣੋ। ਦੱਸੋ, ਉਹਨਾਂ ਨੂੰ ਕੀੜੇ ਕਹਿ ਰਹੇ ਹਨ। ਇਹ ਤਾਂ ਹੰਕਾਰ ਹੋ ਗਿਆ ਨਾ ਵੀ ਅਸੀਂ ਸ੍ਰੇਸ਼ਟ ਹਾਂ, ਬਾਕੀ ਤਾਂ ਕੀੜੇ ਪਤੰਗੇ ਹੀ ਹਨ ਸਾਰੇ। ਅਸੀਂ ਚੌਥੇ ਪਦ ਦੇ ਵਿੱਚ ਬੈਠੇ ਹੋਏ ਹਾਂ ਬ੍ਰਹਮ ਗਿਆਨ ਦੀ ਡਿਗਰੀ ਲੈ ਕੇ, ਬਾਕੀ ਸਭ ਕੀੜੇ ਪਤੰਗੇ ਹਨ। ਇਹ ਤਾਂ ਹੰਕਾਰ ਹੋ ਗਿਆ। ਇਹ ਤਾਂ ਉਲਟੀ ਯਾਤਰਾ ਹੋ ਰਹੀ ਹੈ। ਹੋਣਾ ਚਾਹੀਦਾ ਸੀ ਵਿਨਮਰ, ਹੋਣਾ ਚਾਹੀਦਾ ਸੀ ਨਿਰਦੋਸ਼। ਹੁਣ ਤੁਸੀਂ ਦੇਖੋ, ਇਹ ਉਹਨਾਂ ਨੂੰ ਕੀੜੇ ਪਤੰਗੇ ਕਹਿ ਰਹੇ ਹਨ ਜਿਹੜੇ ਪ੍ਰਚਾਰ ਕਰ ਰਹੇ ਹਨ ਵੀ ਉਹਨਾਂ ਨੇ ਚੌਥੇ ਪਦ ਨੂੰ ਨਹੀਂ ਜਾਣਿਆ। ਪਰ ਤੁਸੀਂ ਇਹ ਸੋਚੋ, ਜਿੱਥੇ ਅਸੀਂ ਰਹਿ ਰਹੇ ਹਾਂ ਇਹ ਬਿਲਕੁਲ ਸਧਾਰਨ ਲੋਕ ਹਨ। ਤੇ ਕੀੜੇ ਪਤੰਗਿਆਂ ਤੋਂ ਵੀ ਗਏ ਬੀਤੇ ਹੋਣਗੇ, ਜਿਨ੍ਹਾਂ ਨੂੰ ਧਰਮ ਦਾ ਵੀ ਨਹੀਂ ਪਤਾ ਹੈ। ਇਹਨਾਂ 'ਚ ਪਰਮਾਤਮਾ ਕਿਵੇਂ ਦੇਖ ਲੈਣਗੇ? ਉਹਨਾਂ 'ਚ ਨਹੀਂ ਦੇਖ ਪਾ ਰਹੇ ਹਨ। ਅੱਜ ਮੈਂ ਸਵੇਰੇ ਇੱਕ ਕਥਾਵਾਚਕ ਨੂੰ ਸੁਣਿਆ ਥੋੜ੍ਹਾ ਜਿਹਾ, ਉਹ ਕਹਿ ਰਿਹਾ ਸੀ ਵੀ ਸਿਮਰਨ ਇਹੋ ਹੀ ਹੈ ਵੀ ਪਰਮਾਤਮਾ ਨੂੰ ਹਰ ਜਗ੍ਹਾ ਹਰ ਇੱਕ ਦੇ ਵਿੱਚ ਦੇਖਣਾ, ਘਟ ਘਟ ਦੇ ਵਿੱਚ ਰਮਿਆ ਹੋਇਆ ਹੈ, ਅਤੇ ਹਰ ਇੱਕ ਦੇ ਅੰਦਰ ਦੇਖਣਾ ਪਰਮਾਤਮਾ ਨੂੰ। ਅਤੇ ਤੁਸੀਂ ਦੇਖੋ ਹਰ ਇੱਕ ਦੇ ਅੰਦਰ ਪਰਮਾਤਮਾ ਨੂੰ। ਤਾਂ ਮੈਨੂੰ ਖਿਆਲ ਆਇਆ ਵੀ ਇਹ ਕਥਾਵਾਚਕ ਨੂੰ ਅਗਰ ਇੱਥੇ ਲੈ ਆਂਦਾ ਜਾਵੇ ਵੀ ਇਹਨਾਂ 'ਚ ਪਰਮਾਤਮਾ ਦੇਖ, ਤੇ ਇਹ ਦੇਖ ਨਹੀਂ ਸਕਦਾ ਹੈ। ਇਹ ਤਾਂ ਆਪਣਿਆਂ 'ਚ ਨਹੀਂ ਦੇਖ ਪਾ ਰਹੇ ਹਨ, ਵਿਰੋਧੀਆਂ ਦੇ ਵਿੱਚ ਨਹੀਂ ਦੇਖ ਪਾ ਰਹੇ ਹਨ। ਅਤੇ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਧਰਮ ਦਾ ਹੀ ਕੋਈ ਪਤਾ ਨਹੀਂ ਹੈ, ਬਲਕਿ ਇਹ ਜਦੋਂ ਇਹਨਾਂ ਦਾ ਧਾਰਮਿਕ ਕੋਈ ਦਿਨ ਹੁੰਦਾ ਹੈ ਨਾ, ਉਦੋਂ ਅਧਾਰਮਿਕ ਕਰਮਕਾਂਡ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕਿਸੇ ਨੇ ਮਾਸ ਬਣਾਇਆ ਹੋਵੇ ਅਤੇ ਸ਼ਰਾਬ ਚੱਲ ਰਹੀ ਹੋਵੇ, ਅਤੇ ਆਪਾਂ ਕੀ ਕਹਿੰਦੇ ਉਹਨੂੰ? ਅਧਾਰਮਿਕ ਕਰਮ। ਆਪਾਂ ਬਹੁਤ ਬੁਰਾ ਸਮਝਦੇ ਹਾਂ, ਪਰ ਇਹਨਾਂ ਦਾ ਇਹ ਧਾਰਮਿਕ ਕਰਮ ਹੈ। ਇਹਨਾਂ 'ਚ ਕਿਵੇਂ ਰੱਬ ਦਿਖੇਗਾ? ਅਤੇ ਮੈਂ ਤਾਂ ਕਹਿ ਰਿਹਾ ਹਾਂ ਵੀ ਤੁਸੀਂ ਬਿਲਕੁਲ ਨਿਰਦੋਸ਼ ਹੋ ਜਾਓ, ਤੁਸੀਂ ਬਿਲਕੁਲ ਸਾਧਾਰਨ ਹੋ ਜਾਓ। ਇਸ ਕਾਰਨ ਹੀ ਮੈਂ ਸਾਧਾਰਨ ਮਨੁੱਖਾਂ ਦੇ ਵਿੱਚ ਰਹਿ ਰਿਹਾ ਹਾਂ। ਸਾਧਾਰਨ ਹੋਣਾ ਹੈ, ਵਿਸ਼ਿਸ਼ਟ ਥੋੜ੍ਹੀ ਹੋਣਾ ਹੈ। ਮੈਂ ਤੁਹਾਨੂੰ ਕੋਈ ਸਾਧੂ ਮਹਾਤਮਾ ਥੋੜ੍ਹੀ ਬਣਾ ਰਿਹਾ ਹਾਂ। ਦੇਖੋ ਕਮਾਲ ਦੀ ਗੱਲ, ਇਹ ਤਾਂ ਉਲਟੀ ਗੱਲ ਹੋ ਗਈ ਨਾ। ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਹਾਂ, ਜਿਹੜੇ ਸ਼ਾਂਤ ਵੇਲੇ ਵੀ ਰਹਿੰਦੇ ਹਨ, ਉਹਨਾਂ ਵਾਸਤੇ ਕੋਈ ਵੀ ਡਰੈਸ ਨਹੀਂ ਹੈ, ਵਰਦੀ ਨਹੀਂ ਹੈ, ਕੋਈ ਧਾਰਮਿਕ ਪਹਿਰਾਵਾ ਨਹੀਂ ਹੈ ਦੱਸਿਆ ਮੈਂ ਕਿਹਾ ਤੁਸੀਂ ਵਿਸ਼ਿਸ਼ਟ ਥੋੜ੍ਹੀ ਹੋਣਾ, ਤੁਸੀਂ ਦਿਖਾਉਣਾ ਥੋੜ੍ਹੀ ਹੈ ਬਾਹਰੋਂ ਅਸੀਂ ਕੁਛ ਬਣ ਗਏ ਹਾਂ ਵਿਸ਼ਿਸ਼ਟ। ਦੇਖੋ ਪਹਿਰਾਵਾ ਦਿਖਾਉਣਾ ਥੋੜ੍ਹੀ, ਸਾਧਾਰਨ ਬਣਨਾ ਹੈ, ਬਿਲਕੁਲ ਸਾਧਾਰਨ ਹੋਣਾ ਹੈ। ਸਾਧਾਰਨ ਲੋਕਾਂ ਨੂੰ ਪਰਮਾਤਮਾ ਪਸੰਦ ਕਰਦਾ ਹੈ, ਸਾਧਾਰਨ ਬੰਦੇ ਨੂੰ ਪਸੰਦ ਕਰਦਾ ਹੈ। ਇਸੇ ਕਰਕੇ ਸਾਧਾਰਨ ਪੈਦਾ ਕਰ ਰਿਹਾ ਹੈ ਪਰਮਾਤਮਾ। ਤੁਹਾਡੇ ਸਾਹਮਣੇ ਪਤਾ ਨਹੀਂ ਲੱਗ ਰਿਹਾ ਤੁਹਾਨੂੰ? ਬੱਚਾ ਬਿਲਕੁਲ ਸਾਧਾਰਨ ਪੈਦਾ ਹੁੰਦਾ ਹੈ। ਅਸਾਧਾਰਨ ਤੇ ਲੋਕ ਬਣਾ ਰਹੇ ਹਨ, ਸੰਸਾਰ ਬਣਾ ਰਿਹਾ ਹੈ। ਪਰਮਾਤਮਾ ਸਾਧਾਰਨ ਨੂੰ ਪਸੰਦ ਕਰਦਾ ਹੈ। ਸਾਧਾਰਨ ਹੋਣਾ ਹੈ।
ਮੈਂ ਕਹਿੰਦਾ ਹਾਂ ਪਦਵੀਆਂ ਛੱਡੋ, ਡਿਗਰੀਆਂ ਨੂੰ ਅੱਗ ਲਾਓ, ਫੂਕੋ ਉਹਨਾਂ ਨੂੰ, ਚੁੱਲ੍ਹੇ 'ਚ ਸੁੱਟੋ ਅਤੇ ਸਾਧਾਰਨ ਹੋ ਜਾਓ। ਡਿਗਰੀਆਂ ਦਾ ਬੋਝ ਕਾਹਨੂੰ ਸਿਰ 'ਤੇ ਚੱਕਿਆ ਹੋਏ? ਕਿਹੜੇ ਪਦ 'ਤੇ ਬੈਠਣਾ? ਨਿਰਦੋਸ਼ ਹੋ ਜਾਓ। ਪਰ ਸਾਧਾਰਨ ਹੋਣਾ ਬਹੁਤ ਕਠਿਨ ਹੈ, ਇਹ ਗੱਲ ਖਿਆਲ ਵਿੱਚ ਰੱਖਿਓ। ਮਨ ਕੁਛ ਹੋਣਾ ਚਾਹੁੰਦਾ ਹੈ, ਇਸੇ ਕਾਰਨ ਹੀ ਸਾਧਨਾ ਕਰਦਾ ਹੈ, ਤਪ ਕਰਦਾ ਹੈ, ਯੋਗ ਕਰਦਾ ਹੈ, ਡਿਗਰੀਆਂ ਕਰਦਾ ਹੈ। ਕਈ ਤੀਰਥ ਇਸ਼ਨਾਨ ਕਰ ਰਹੇ ਹਨ, ਕੁਛ ਨਾ ਕੁਛ ਕਰਦਾ ਹੈ ਆਦਮੀ। ਕਿਉਂ ਕਰ ਰਿਹਾ ਹੈ? ਕੁਛ ਪਾਉਣ ਵਾਸਤੇ, ਕੁਛ ਹਾਸਿਲ ਕਰਨ ਵਾਸਤੇ। ਹੁਣ ਸਾਧਾਰਨ ਹੋਣ ਵਾਸਤੇ ਕੁਛ ਕਰਨ ਦੀ ਲੋੜ ਥੋੜ੍ਹੀ ਹੈ, ਛੱਡਣ ਦੀ ਲੋੜ ਹੈ। ਜੋ ਸੰਸਾਰ ਨੇ ਸਿਖਾਇਆ ਹੈ, ਪੜ੍ਹਾਇਆ ਹੈ, ਬੁਝਾਇਆ ਹੈ, ਧਾਰਮਿਕ ਡਿਗਰੀਆਂ ਜਿਨ੍ਹਾਂ ਨੇ ਦਿੱਤੀਆਂ ਹਨ, ਉਹਨਾਂ ਦੇ ਮੂੰਹ 'ਤੇ ਮਾਰੋ ਵੀ ਚੱਕੋ ਆਪਣੀਆਂ ਡਿਗਰੀਆਂ। ਡਿਗਰੀ ਥੋੜ੍ਹੀ ਹੈ ਧਾਰਮਿਕ ਕੋਈ। ਹੁਣ ਤੁਸੀਂ ਇਹ ਸੋਚੋ, ਗੁਰੂ ਅਮਰਦਾਸ ਜੀ ਨੇ ਕਿਹੜੀ ਡਿਗਰੀ ਕੀਤੀ ਸੀ? ਗੁਰੂ ਰਾਮਦਾਸ ਜੀ ਨੇ ਕਿਹੜੀ ਡਿਗਰੀ ਕੀਤੀ ਸੀ? ਬਾਬੇ ਲਹਿਣੇ ਨੇ ਸਿਰਫ ਸੇਵਾ ਕਰ ਰਹੇ ਸਨ। ਉਹ ਡਿਗਰੀਆਂ ਛੱਡ ਕੇ ਆਏ ਸਨ ਸੰਸਾਰ ਦੀਆਂ ਉਪਲਬਧੀਆਂ। ਉਹ ਉਪਲਬਧੀ ਫਿਰ ਡਿਗਰੀਆਂ ਧਾਰਮਿਕ ਲੋਕ ਦੇਣ ਲੱਗ ਜਾਂਦੇ। ਜਿਨ੍ਹਾਂ ਨੂੰ ਸ਼ੌਂਕ ਹੈ ਸੰਸਾਰ ਦੇ ਵਿੱਚ ਡਿਗਰੀ ਨਹੀਂ ਮਿਲੀ, ਉਹ ਸੋਚਦੇ ਚਲੋ ਧਰਮ ਦੇ ਵਿੱਚ ਹੀ ਮਿਲ ਜਾਵੇ। ਤੋ ਧਾਰਮਿਕ ਡਿਗਰੀ ਹਾਸਿਲ ਕਰਕੇ ਬੜੇ ਖੁਸ਼ ਹੋ ਜਾਂਦੇ ਹਨ ਵੀ ਬ੍ਰਹਮ ਗਿਆਨ ਦੀ ਡਿਗਰੀ ਮਿਲ ਗਈ। ਦੇਖੋ, ਡਿਗਰੀ ਥੋੜ੍ਹੀ ਹੈ ਕੋਈ। ਤੋ ਵਿਸ਼ਿਸ਼ਟ ਬਣ ਜਾਂਦੇ ਹਨ, ਸ੍ਰੇਸ਼ਟ ਦੂਸਰਿਆਂ ਨਾਲ। ਦੇਖੋ, ਸਾਡੇ ਕੋਲ ਤਾਂ ਡਿਗਰੀ ਹੈ, ਬਾਕੀ ਕੋਈ ਡਿਗਰੀ ਨਹੀਂ। ਬਾਕੀ ਸਭ ਕੀੜੇ ਪਤੰਗੇ। ਅਸੀਂ ਚੌਥੇ ਪਦ ਦੇ ਵਿੱਚ ਬੈਠੇ। ਜਿਹੜਾ ਕਹਿ ਰਿਹਾ ਮੈਂ ਚੌਥੇ ਪਦ ਦੇ ਵਿੱਚ ਬੈਠਾ ਹੋਵਾਂ ਤਾਂ ਹੰਕਾਰੀ ਹੈ, ਉਹਨੂੰ ਕੁਛ ਵੀ ਪਤਾ ਨਹੀਂ ਹੈ।